ਗੱਲਾਂ ਹੋ ਰਹੀਆਂ ਸਨ ਅਤੇ ਮਾਂ ਜੀ ਇੱਕਦਮ ਮੇਰੇ ਵੱਲ ਦੇਖਿਆ ਗੌਰ ਨਾਲ ਅਤੇ ਮੈਨੂੰ ਕਹਿੰਦੇ ਨੇ, ਅਮੀਨ ਤੂੰ ਸੋਹਣਾ ਬੜਾ ਹੈ। ਔਰ ਇੱਕ ਵਾਕਿਆ ਮੈਂ ਸ਼ੇਅਰ ਕਰਾਂਗਾ ਤੁਹਾਡੇ ਨਾਲ। 4 ਸਾਲ ਪਹਿਲੇ ਮੈਂ ਮਾਂ ਜੀ ਕੋਲ ਗਿਆ ਅਤੇ ਗਰਮੀਆਂ ਦੇ ਦਿਨ ਸਨ ਅਤੇ ਦਾਸਤਾਨ ਸਰਾਏ ਮੇਰੇ ਨਾਲ ਮੇਰੇ ਦੋਸਤ ਡਾਕਟਰ ਹਬੀਬ ਰਹਿਮਾਨ, ਅਸੀਂ ਮੇਰੀ ਔਰ ਡਾਕਟਰ ਹਬੀਬ ਰਹਿਮਾਨ ਦੀ 50 ਸਾਲ ਦੀ ਦੋਸਤੀ ਹੈ। ਕਹਿ ਲਓ ਮੇਰੇ ਤੋਂ ਕੋਈ 4 ਸਾਲ ਛੋਟਾ ਹੈ, ਲੇਕਿਨ ਇਹ ਕਿ ਉਹ ਮੇਰੇ ਤੋਂ ਸਮਝਦਾਰ ਅਤੇ ਲਾਇਕ ਜ਼ਿਆਦਾ ਹੈ ਹਰ ਕਹਿ ਲਓ ਐਂਗਲ ਨਾਲ। ਅਤੇ ਅਸੀਂ ਦੋਵੇਂ ਗਏ ਦਾਸਤਾਨ ਸਰਾਏ ਅਤੇ ਗਰਮੀਆਂ ਦੇ ਦਿਨ ਸਨ ਕਾਫੀ, ਅਤੇ ਅਸੀਂ ਅੰਦਰ ਮੁਲਾਜ਼ਮ ਨੇ ਸਾਨੂੰ ਬਾਹਰ ਹੀ ਤਾਂ ਬੈਠਕ ਵਿੱਚ ਉੱਥੇ ਜਾ ਕੇ ਡਰਾਇੰਗ ਰੂਮ ਵਿੱਚ ਮਾਂ ਜੀ ਆਏ, ਆ ਕੇ ਬਹਿ ਕੇ ਅਤੇ ਮੈਂ ਕਢਾਈ ਵਾਲਾ ਕੁੜਤਾ ਪਾਇਆ ਸੀ ਨੀਲਾ ਜਿਹਾ, ਨਾਲ ਮੇਰੇ ਦੋਸਤ ਸੀ ਹਬੀਬ ਰਹਿਮਾਨ ਡਾਕਟਰ, ਅਤੇ ਮਾਂ ਜੀ ਕਹਿੰਦੇ ਨੇ ਪਾਣੀ ਸ਼ਾਣੀ ਪੀਤਾ ਜੀ? ਮੈਂ ਕਿਹਾ ਹਾਂ ਮਾਂ ਜੀ, ਲਾਲ ਸ਼ਰਬਤ ਪੀਤਾ ਮੈਂ। ਅਸਾਂ ਮੈਨੂੰ ਥੋੜ੍ਹਾ ਮਾੜਾ ਜਿਹਾ ਸਾਨੂੰ ਲੱਗਾ ਸੀ, 7 ਅਪ ਮੈਂ ਆਪਣੇ ਬੜਾ ਸਮਝਿਆ, ਲੇਕਿਨ ਉਸ ਘਰ ਦਾ ਇਹ ਰਿਵਾਜ਼ ਸੀ ਕਿ ਕੋਈ ਖਾਲੀ ਨਹੀਂ ਸੀ ਜਾਂਦਾ, ਲੇਕਿਨ ਲਾਲ ਸ਼ਰਬਤ ਪਾਣੀ ਦੇ ਤੌਰ 'ਤੇ ਪਹਿਲੀ ਦਫਾ ਦਿੱਤਾ ਜਾਂਦਾ ਸੀ। ਭਾਰੀ ਖਾਣਾ ਵੀ ਪੇਸ਼ ਹੁੰਦਾ ਸੀ ਅਤੇ ਗੱਲਾਂ ਹੋ ਰਹੀਆਂ ਸਨ ਅਤੇ ਮਾਂ ਜੀ ਇੱਕਦਮ ਮੇਰੇ ਵੱਲ ਦੇਖਿਆ ਗੌਰ ਨਾਲ ਅਤੇ ਮੈਨੂੰ ਕਹਿੰਦੇ ਨੇ, ਅਮੀਨ ਤੂੰ ਸੋਹਣਾ ਬੜਾ ਹੈ। ਯਕੀਨ ਮੰਨੋ ਮੇਰਾ ਮੂੰਹ ਸੁਰਖ ਹੋ ਗਿਆ, ਮੈਂ ਹੱਥ ਆਪਣੇ ਮੂੰਹ 'ਤੇ ਰੱਖ ਲਏ। ਮੈਂ ਕਿਹਾ ਮਾਂ ਜੀ ਕੀ ਕਹਿ ਰਹੇ ਹੋ ਤੁਸੀਂ? ਮੈਂ ਤਾਂ ਇੰਝ ਹੀ ਹਾਂ, ਕੁਝ ਵੀ ਨਹੀਂ। ਕਹਿੰਦੇ ਨਹੀਂ, ਮੈਂ ਜਮਾਲ ਨੂੰ ਸਮਝਦੀ ਹਾਂ, ਜਮਾਲ ਕੀ ਚੀਜ਼ ਹੈ, ਤੇਰੇ 'ਚੋਂ ਜਮਾਲ ਹੈ। ਔਰ ਮੈਂ ਮਾਂ ਜੀ ਨੂੰ ਕਿਹਾ, ਮਾਂ ਜੀ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫਾ। ਉਸ ਤੋਂ ਪਹਿਲੇ ਮੈਂ ਮਾਂ ਜੀ ਦੇ ਮਿਲਣੇ ਤੋਂ ਪਹਿਲੇ, ਜਿਸ ਲਈ ਮੈਂ ਮਾਂ ਜੀ ਨਾਲ ਪਹਿਲੀ ਮੇਰੀ ਮੁਲਾਕਾਤ ਨਹੀਂ ਸੀ ਹੋਈ, ਅਤੇ ਮੈਂ ਮਾਂ ਜੀ ਦਾ ਰਾਜਾ ਗਿੱਧ ਨਾਵਲ ਪੜ੍ਹਿਆ ਅਤੇ ਮੈਂ ਉਹਦੇ 'ਤੇ ਇੱਕ ਪੂਰਾ ਰਿਵਿਊ ਲਿਖ ਕੇ ਮਾਂ ਜੀ ਨੂੰ ਲਾਹੌਰ ਭੇਜਿਆ ਸੀ। ਔਰ ਮਾਂ ਜੀ ਨੇ ਮੈਨੂੰ ਖਤ ਲਿਖ ਕੇ ਭੇਜਿਆ ਸੀ ਕਿ ਅਮੀਨ ਤੂੰ ਬੜਾ ਅੱਛਾ ਤਜਜ਼ੀਆ ਕੀਤਾ। ਕਿਉਂਕਿ ਜਿਹੜੇ ਰਾਜਾ ਗਿੱਧ ਦੇ ਨਾਂ ਸਨ ਨਾ ਕਿਰਦਾਰਾਂ ਦੇ, ਸੀਮੀ, ਕਯੂਮ ਔਰ ਆਫਤਾਬ, ਮੈਂ ਕਨਸੀਵ ਕੀਤਾ ਕਿ ਉਹ ਨਾਵਾਂ ਕਿਰਦਾਰਾਂ ਦੇ ਨਾਵਾਂ ਦਾ ਮਫਹੂਮ ਜਿਹੜਾ ਸੀ ਉਹ ਉਹਨਾਂ ਕਿਰਦਾਰਾਂ ਵਿੱਚ ਮਾਂ ਜੀ ਨੇ ਪਾ ਦਿੱਤਾ। ਕਯੂਮ ਦਾ ਮਤਲਬ ਸੀ ਕਾਇਮ ਰਹਿਣੇ ਵਾਲਾ, ਹਮੇਸ਼ਾ ਕਾਇਮ ਰਹਿਣਾ, ਔਰ ਕਯੂਮ ਉਸ ਨਾਵਲ ਵਿੱਚ ਕਾਇਮ ਰਿਹਾ ਐਂਡ ਤੱਕ। ਸੀਮੀ ਦਾ ਮਤਲਬ ਸੀ ਚਾਂਦੀ, ਉਹਦਾ ਰੋਲ ਐਸਾ ਸੀ ਕਿ ਉਹ ਜਿਸ ਤਰ੍ਹਾਂ ਮਰਜ਼ੀ ਉਹਨੂੰ ਮੋੜ ਲਓ ਉਹ ਮੁੜ ਜਾਂਦੀ ਸੀ। ਆਫਤਾਬ ਦਾ ਮਤਲਬ ਸੀ ਤਲੂ ਹੋਣਾ, ਔਰ ਆਫਤਾਬ ਕਦੀ ਗਰੂਬ ਨਹੀਂ ਹੋਇਆ, ਤੁਹਾਨੂੰ ਪਤਾ ਹੈ, ਪੂਰੀ ਦੁਨੀਆ ਵਿੱਚ ਕਿਧਰੇ ਨਾ ਕਿਧਰੇ ਤਲੂ ਹੋ ਰਿਹਾ ਹੁੰਦਾ। ਮੈਂ ਇਸ ਪੁਆਇੰਟ ਆਫ ਵਿਊ ਨਾਲ ਜਿਹਨੇ ਮਾਂ ਜੀ ਨੂੰ ਲਿਖ ਕੇ ਭੇਜਿਆ ਅਤੇ ਬੜੇ ਖੁਸ਼ ਹੋਏ। ਉਹਨਾਂ ਕਿਹਾ ਮੈਨੂੰ ਤੂੰ ਤਾਂ ਬੜਾ ਅੱਛਾ ਲਿਖਿਆ। ਫਿਰ ਬਾਅਦ ਜੀ ਸਾਡੇ ਜ਼ਿਆਦਾ ਮੁਹੱਬਤ ਵਧੀ ਮਾਂ ਜੀ ਨੂੰ, ਔਰ ਮੇਰੇ ਹੱਥ 'ਤੇ ਉਹ ਬੜੀ ਯਾਦਾਂ ਨੇ। ਔਰ ਉਹਨਾਂ ਦਾ ਬੇਟਾ ਅਸੀਰ ਅਹਿਮਦ ਖਾਨ ਮੇਰਾ ਬੜਾ ਅੱਛਾ ਦੋਸਤ ਹੈ, ਔਰ ਅਜੇ ਵੀ ਮੈਂ ਲਾਹੌਰ ਜਾਂਦਾ ਵਾਂ ਅਤੇ ਮੈਂ ਉਹਦੇ ਕੋਲ ਹੀ ਠਹਿਰਨਾ ਵਾਂ। ਔਰ ਹੁਣ ਦਾਸਤਾਨ ਸਰਾਏ ਹੋ ਕੇ ਨਹੀਂ ਰਿਹਾ, ਔਰ ਉਹ ਤਕਸੀਮ ਹੋ ਗਿਆ ਵਿਰਾਸਤ ਦੇ ਅਸੂਲਾਂ ਵਿੱਚ ਆ ਕੇ ਸ਼ਰ੍ਹੀ ਤੌਰ 'ਤੇ। ਅਤੇ ਲੇਕਿਨ ਫਿਰ ਵੀ ਲਾਹੌਰ ਜਦ ਵੀ ਜਾਣਾ ਵਾ ਮੈਂ ਜ਼ਰੂਰ ਉਸ ਗੇਟ ਤੋਂ ਬਾਹਰੋਂ ਜ਼ਰੂਰ ਲੰਘਣਾ ਵਾ, ਥੋੜ੍ਹੀ ਦੇਰ ਰੁਕਣਾ ਵਾ, ਔਰ ਅੰਦਰ ਦੀਆਂ ਸਾਰੀਆਂ ਜਿਹੜੀਆਂ ਸ਼ਾਮਾਂ ਉੱਥੇ ਗੁਜ਼ਰੀਆਂ ਸਨ, ਔਰ ਉੱਥੇ ਜਿਹੜੇ ਇੰਟਲੈਕਚੁਅਲ ਲੋਕ ਆਉਂਦੇ ਸਨ, ਮੁਸਤਨਸਰ ਹੁਸੈਨ ਤਾਰੜ ਜੈਸੇ ਲੋग, और डॉक्टर सज्जाद अनवर सज्जाद, दिलदार परवेज़ भट्टी ऐसे लोग उत्थे आके चुप करके बैठे होंदे सन, जिहड़ा कि बड़ा विटी आदमी सी और बड़ा ओहदे सेंस ऑफ ह्यूमर बड़ा कमाल दा सी। असलम कमाल जे लोग किते किते नाल लगे, दसो वासिफ अली वासिफ साहब, ऐसे ऐसे कमाल के लोग सन कि हुण ते वो चीज़ां रहियां ही नहीं। मैं समझना उस तरह का ना किसी को टाइम रहा, ना किसी को शायद यह गल्लां याद करने का मौका है। मैं अलबत्ता जरूर कदी कल्ला बह के, जिस तरह अज तुसीं मैनूं बात छड़िया और मैनूं मेरा बचपन फुल्लण ते मैनूं तुसीं उकसाया है, और मैं
ਪਿੱਠੂ ਗਰਮ ਵੀ ਖੇਡ ਆਇਆ, ਮੈਂ ਗੁੱਲੀ ਡੰਡਾ ਵੀ ਖੇਡਿਆ ਹੈ, ਮੈਂ ਗੁੱਡੀਆਂ ਵੀ ਉਡਾਈਆਂ ਨੇ, ਮੈਂ ਟਾਇਰ ਵੀ ਚਲਾਇਆ ਇੱਕ ਡੰਡੇ ਨਾਲ 50 ਦੀਆਂ ਗਲੀਆਂ 'ਚ, ਗੁਜਰਾਤ ਦੀਆਂ ਤੰਗ ਗਲੀਆਂ 'ਚ। ਹੁਣ ਵੀ ਮੈਂ ਜਿਸਲੇ ਜਾਂਦਾ ਵਾਂ ਗੁਜਰਾਤ ਔਰ ਪੰਜਾਬ, ਤੇ ਮੈਂ ਇਕੱਲਾ ਪੈਦਲ ਉਹਨਾਂ ਤੰਗ ਗਲੀਆਂ 'ਚ ਫਿਰਦਾ ਰਹਿੰਦਾ ਵਾਂ, ਸਿਰਫ ਉਹ ਚੀਜ਼ਾਂ ਕੰਸੀਵ ਕਰਨੀਆਂ। ਕਿਉਂਕਿ ਹੁਣ ਤਾਂ ਲੋਕ ਉਸ ਤਰ੍ਹਾਂ ਦੇ ਨਹੀਂ ਰਹੇ, ਬੇਸ਼ੁਮਾਰ ਚੇਂਜ ਹੋ ਗਈਆਂ ਨੇ ਚੀਜ਼ਾਂ। ਕੱਚੇ ਘਰਾਂ ਦੀ ਜਗ੍ਹਾ ਸੀਮਟ ਆ ਗਿਆ, ਸਰੀਆ ਆ ਗਿਆ। ਜਿਵੇਂ ਕੱਚੀ ਮਿੱਟੀ ਹੁੰਦੀ ਸੀ ਨਾ, ਤੇ ਦਿਲ ਵੀ ਬੜੇ ਸੋਹਣੇ ਕੱਚੇ ਤੇ ਸਾਫ ਸੁਥਰੇ ਹੁੰਦੇ ਸਨ, ਤੇ ਕੱਚੀ ਮਿੱਟੀ ਦਾ ਪੋਚਾ ਮਾਰ ਕੇ ਮਾਵਾਂ ਦੀਵਾਰਾਂ ਸਾਫ ਤੇ ਛੱਤ ਕਰਦੀਆਂ ਸਨ, ਤੇ ਦਿਲ ਵੀ ਨਰਮ ਤੇ ਗੁਦਾਜ਼ ਹੁੰਦੇ ਸਨ। ਹੁਣ ਸਰੀਏ ਦੇ ਘਰਾਂ ਤੇ ਸੀਮਟ ਦੇ ਘਰਾਂ 'ਚ ਦਿਲ ਵੀ ਸਖਤ ਹੋ ਗਏ ਨੇ।